ਜਸਕਿਰਨ ਬੋਲੀ ਨਾ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਬੱਚੇ। ਅੱਜ ਅਸੀਂ ਨੈਕਸਟ ਕਰਾਂਗੇ ਉਹਨਾਂ ਡੀ ਬਲੋਕ ਕਰ ਰਹੇ ਹਾਂ ਤਾਂ ਉਹਦੇ ਵਿੱਚ ਕੁਝ ਇੱਕ ਆਇਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਬਾਰੇ ਮੈਂ ਗੱਲ ਕਰਾਂਗਾ। ਇਹ ਕੁਐਸਚਨ ਸਾਨੂੰ ਮੋਸਟਲੀ ਪੇਪਰ ਵਿੱਚ ਆ ਜਾਂਦਾ ਕਿ ਕਾਪਰ 1 ਪੋਜ਼ਿਟਿਵ ਆ, ਕਿਊਪਰਸ ਆਇਨ ਹੈ, ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੋਏਗੀ। ਤਾਂ ਮੋਸਟਲੀ ਬੱਚੇ ਅਸੀਂ ਗਲਤ ਕਰ ਆਉਂਦੇ ਹਾਂ, ਇਹਨੂੰ ਧਿਆਨ ਦਿਓ। ਫਸਟ ਵਨ ਤਾਂ ਮੈਂ ਲਿਖਾਂਗਾ ਐਸਾ ਚ ਜਿਵੇਂ ਆਪੂਬੂ ਪ੍ਰਿੰਸੀਪਲ ਦੇ ਅਕੋਰਡਿੰਗਲੀ ਲਿਖੀ ਦੀ ਆ। ਉਸ ਤੋਂ ਬਾਅਦ ਅਰੇਂਜ ਕਰਾਂਗਾ ਦੈਨ ਅਕਾਰਡਿੰਗ ਟੂ ਪ੍ਰਿੰਸੀਪਲ ਕੁਆਂਟਮ ਨੰਬਰ ਆ 3 ਪਹਿਲੇ ਆ ਜਾਏਗਾ। ਆ ਇੱਕ ਇਲੈਕਟ੍ਰਾਨ ਇਹਦੇ ਕੋਲ ਮਿਲ ਗਿਆ, ਇਹਨੂੰ ਐਕਸਟਰਾ ਸਟੇਬਿਲਿਟੀ ਮਿਲ ਗਈ ਜੇ। ਹੁਣ ਦੇਖੋ 4s ਲਾਸਟ 'ਤੇ ਹੋ ਗਿਆ ਅਤੇ 4s ਦੀ એનર્ਜੀ ਘੱਟ ਆ 3d ਦੇ ਨਾਲੋਂ, ਇਸ ਕਰਕੇ s ਦਾ ਇਲੈਕਟ੍ਰਾਨ ਲੂਜ਼ ਹੋਣਾ ਨਾ ਕਿ d ਦਾ, ਅਤੇ ਮੇਰੇ ਕੋਲ ਰਹਿ ਜਾਏਗੀ 3d1 ਯਾਦ ਰੱਖਣੀ ਹੈ। ਹੁਣ ਇੱਕ ਦੀ ਤਾਂ ਮੈਂ ਕਰ ਦਿੱਤੀ ਅਤੇ ਬਾਕੀ ਤੁਸੀਂ ਜਿਹੜੀਆਂ ਖੁਦ ਕਰੋਗੇ, ਜਿਵੇਂ ਕਿ Cr3 ਪੋਜ਼ਿਟਿਵ ਆ, Mn2 ਪੋਜ਼ਿਟਿਵ ਆ, ਕੋਬਾਲਟ 2 ਪੋਜ਼ਿਟਿਵ ਆ। ਇਹਨੂੰ ਕਰਨ ਦਾ ਮੈਥਡ ਇਹੀ ਸਿੰਪਲ ਹੈ ਕਿ ਤੁਹਾਨੂੰ ਜਿੰਨੇ ਵੀ ਆਇਨ ਲੱਗਦੇ ਨੇ ਫਸਟ ਟ੍ਰਾਂਜੀਸ਼ਨ ਸੀਰੀਜ਼ ਦੇ ਆਲਮੋਸਟ ਸਾਰਿਆਂ ਦੀ ਪੋਜ਼ਿਟਿਵ ਕਰਕੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖ ਕੇ ਦੇਖੋ। ਜਿਹੜੀ ਨਾ ਲਿਖੀ ਜਾਏਗੀ ਉਹ ਮੈਨੂੰ ਦੱਸ ਦਿਓ, ਮੈਂ ਰਿਪੀਟ ਕਰਾ ਦਿਆਂਗਾ। ਕੱਲ ਮੈਂ ਇੱਕ ਕੁਐਸਚਨ ਮੈਗਨੈਟਿਕ ਮੂਵਮੈਂਟ ਬਾਰੇ ਕੀਤਾ ਸੀ, ਅੱਜ ਉਸੇ ਤਰ੍ਹਾਂ ਦਾ ਇੱਕ ਕੁਐਸਚਨ ਹੈ ਜਿਹੜਾ ਸਾਨੂੰ ਬੋਰਡ ਨੇ ਪਾਣਾ ਵਾ। ਉਹ ਕਹੇਗਾ ਕੈਲਕੂਲੇਟ ਦਾ ਮੈਗਨੈਟਿਕ ਮੂਵਮੈਂਟ ਆਫ ਏ ਡਾਈਵਲੈਂਟ ਐਂਡ ਏ ਟ੍ਰਾਈਵਲੈਂਟ ਆਇਨ ਇਨ ਐਕਵਸ ਸੋਲੂਸ਼ਨ ਆਫ ਇਟਸ ਐਟੋਮਿਕ ਨੰਬਰ ਇਜ਼ 25। ਉਹਨੇ ਨਹੀਂ ਸਾਨੂੰ ਦੱਸਿਆ ਕਿ ਇਹ ਕਿਹੜਾ ਵਾ, ਕੌਣ ਆ, ਉਹਨੇ ਬਸ ਐਟੋਮਿਕ ਨੰਬਰ ਦੱਸਿਆ ਅਤੇ ਡਾਈਵਲੈਂਟ ਅਤੇ ਟ੍ਰਾਈਵਲੈਂਟ। ਹੁਣ ਤੁਹਾਨੂੰ ਪਤਾ ਡਾਈਵਲੈਂਟ 'ਤੇ 2 ਪੋਜ਼ਿਟਿਵ ਹੁੰਦਾ ਜੇ ਅਤੇ ਟ੍ਰਾਈਵਲੈਂਟ 'ਤੇ 3 ਪੋਜ਼ਿਟਿਵ ਹੁੰਦਾ ਵਾ। ਐਟੋਮਿਕ ਨੰਬਰ 25 ਆ, ਮੈਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖ ਲਾਂਗਾ। ਮੇਰੇ ਕੋਲ ਡੀ ਦੇ ਵਿੱਚ 5 ਆਣੇ ਆ ਅਤੇ 4s2 ਆਉਣਾ। ਜਦੋਂ ਦੇਖੋ 4s2 ਇਹਦੇ ਪਿੱਛੇ ਹੋਇਆ, ਉਹਦੇ 2 ਇਲੈਕਟ੍ਰਾਨ ਲੂਜ਼ ਹੋਏ ਅਤੇ 3d5 ਰਹੇਗਾ। ਤੁਸੀਂ ਕੰਪਲੀਟ ਕਰਕੇ ਲਿਖਣੀ ਇਲੈਕਟ੍ਰੋਨਿਕ ਕਨਫੀਗਰੇਸ਼ਨ, ਆਪਣੇ ਆਪ ਹੋ ਜਾਏਗਾ ਸਾਰਾ। ਹੁਣ ਡੀ ਦੇ ਵਿੱਚ ਕਿੰਨੇ ਇਲੈਕਟ੍ਰਾਨ ਆਏ, ਮੇਰੇ ਕੋਲ 5, ਅਤੇ ਡੀ ਦੇ ਔਰਬਿਟਲ ਕਿੰਨੇ ਹੁੰਦੇ ਨੇ 5, ਸਾਰਿਆਂ ਦੇ ਵਿੱਚ ਇੱਕ ਇੱਕ ਇਲੈਕਟ੍ਰਾਨ ਆ ਗਿਆ। ਇਟ ਮੀਨਸ ਅਨਪੇਅਰਡ ਇਲੈਕਟ੍ਰਾਨ ਕਿੰਨੇ ਹੋ ਗਏ ਮੇਰੇ ਕੋਲ ਬਹੁ 5 ਹੋਏ। ਅਤੇ ਫਾਰਮੂਲਾ ਮੈਗਨੈਟਿਕ ਮੂਵਮੈਂਟ ਦਾ ਮਿਊ ਇਕੁਅਲ ਟੂ n+2, ਸਾਰੇ ਨੂੰ ਅੰਡਰ ਰੂਟ ਵਿੱਚ ਕਰਨਾ। ਹੁਣ n ਦੀ ਵੈਲਿਊ ਕਿੰਨੀ ਭਰਨੀ ਤੁਸੀਂ 5 ਕਰਕੇ ਇਹਦੀ ਮੈਗਨੈਟਿਕ ਮੂਵਮੈਂਟ ਲੱਭ ਲੈਣੀ ਹੈ। ਕਲੀਅਰ ਹੋ ਜਾਏਗਾ। ਅਤੇ ਜੇ ਮੈਂ Mn2 ਪੋਜ਼ਿਟਿਵ ਦੀ ਜਗ੍ਹਾ Mn3 ਪੋਜ਼ਿਟਿਵ ਕਰ ਦਿਆਂ ਤਾਂ ਹੁਣ ਦੇਖੋ ਇੱਕ ਇਲੈਕਟ੍ਰਾਨ ਹੋਰ ਜਾਏਗਾ ਅਤੇ ਡੀ ਦੇ ਕੋਲ ਕਿੰਨੇ ਇਲੈਕਟ੍ਰਾਨ ਰਹਿ ਜਾਣੇ ਆ 4। ਡੀ ਦੇ ਵਿੱਚ ਕਿੰਨੇ ਇਲੈਕਟ੍ਰਾਨ ਰਹਿ ਜਾਣਗੇ 4, ਅਤੇ ਮੇਰੇ ਕੋਲ ਅਨਪੇਅਰਡ ਇਲੈਕਟ੍ਰਾਨ ਕਿੰਨੇ ਹੋ ਜਾਣੇ ਆ 4। ਇੱਥੇ n ਦੀ ਵੈਲਿਊ 4 ਭਰ ਕੇ ਇਹ ਤੁਸੀਂ ਖੁਦ ਕਰਨਾ। ਜੇ ਨਾ ਹੋਏਗਾ ਫਿਰ ਮੈਨੂੰ ਦੱਸਣਾ। ਇਹੋ ਜਿਹੇ ਕੁਐਸਚਨ ਤੁਸੀਂ ਆਪ ਕਰਕੇ ਦੇਖਣੇ ਆ, ਠੀਕ ਹੈ। ਨੈਕਸਟ ਹੈ, ਇਹ ਮੈਂ ਕੁਐਸਚਨ ਤੁਹਾਡੇ ਲਈ ਕੱਢੇ ਆ ਥੋੜ੍ਹੇ ਜਿਹੇ, ਇਹ ਆਪ ਵੀ ਕਰਿਆ ਕਰੋ। ਨੈਕਸਟ ਹੈ ਤੋਂ ਬਹੁਤ ਕ੍ਰੋਮੀਅਮ Cr2 ਪੋਜ਼ਿਟਿਵ ਐਂਡ ਮੈਗਨੀਸ Mn3 ਪੋਜ਼ਿਟਿਵ ਹੈ, ਹੈਵ D4 ਕਨਫੀਗਰੇਸ਼ਨ ਆ, ਦੋਨਾਂ ਦੀ ਸੇਮ ਆ। ਜੈਟ Cr2 ਪੋਜ਼ਿਟਿਵ ਇਜ਼ ਰਿਡਿਊਸਿੰਗ ਵਾਈਲ Mn3 ਪੋਜ਼ਿਟਿਵ ਇਜ਼ ਆਕਸੀਡਾਈਜ਼ਿੰਗ। ਇਸ ਲੈਸਨ ਦੇ ਵਿੱਚ ਇੱਕ ਚੀਜ਼ ਖਾਸ ਜੇ, ਕੋਈ ਵੀ ਕੁਐਸਚਨ ਨਹੀਂ ਆਉਂਦਾ ਅਤੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣੀ ਹੈ, ਤੁਹਾਨੂੰ ਇਹ ਸਾਰਾ ਕੁਝ ਕਲੀਅਰ ਹੋ ਜਾਏਗਾ। ਹੁਣ ਕ੍ਰੋਮੀਅਮ ਦੇਖੋ, ਕ੍ਰੋਮੀਅਮ ਦਾ ਐਟੋਮਿਕ ਨੰਬਰ ਹੈ 24, ਤੁਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੀ ਤਾਂ Cr2 ਪੋਜ਼ਿਟਿਵ ਦੀ ਸਾਡੇ ਕੋਲ ਬਣੇਗੀ 3d4, ਲਿਖਣਾ ਕਿ ਇੱਥੋਂ ਤੱਕ। ਹੁਣ 3d4 ਅਤੇ ਮੈਂ ਪਿੱਛੇ ਦੱਸਿਆ ਸੀ ਡੀ ਜਿਹੜਾ ਸਬ ਸ਼ੈੱਲ ਹੈ ਇਹ ਬ੍ਰੇਕ ਹੁੰਦਾ 2 ਸ਼ੈੱਲ ਦੇ ਵਿੱਚ, 2 ਐਨਰਜੀ ਲੈਵਲ, ਇੱਕ ਲੋਅਰ ਐਨਰਜੀ ਲੈਵਲ ਸੀ ਅਤੇ ਇੱਕ ਹਾਇਰ ਐਨਰਜੀ ਲੈਵਲ ਸੀ। ਪਿੱਛੇ ਜਿਹੜੀ ਡਾਇਗਰਾਮ ਅਸੀਂ ਕੀਤੀਆਂ ਉਹ ਵੀਡੀਓ ਫਿਰ ਇੱਕ ਵਾਰੀ ਵੇਖ ਲਿਓ। ਉਹ ਇਹ ਇੱਕ ਬਣਦਾ ਸੀ ਸਾਡੇ ਕੋਲ ਲੋਅਰ ਐਨਰਜੀ ਵਾਲਾ T2g ਸੈੱਟ ਅਤੇ ਇੱਕ ਬਣਦਾ ਸੀ EG ਸੈੱਟ। ਇਹਦੇ ਵਿੱਚ 2 ਔਰਬਿਟਲ ਆਉਂਦੇ ਸੀ ਨਾ ਸਾਡੇ ਕੋਲ, ਅਤੇ ਇਹਦੇ ਵਿੱਚ ਕਿੰਨੇ ਆਉਂਦੇ ਸੀ 3। ਹੁਣ ਦੇਖੋ 3 ਇਲੈਕਟ੍ਰਾਨ ਜੇ ਰਹਿ ਜਾਂਦੇ ਆ, ਇਹ 3 ਇਲੈਕਟ੍ਰਾਨ ਇਹਨਾਂ ਵਿੱਚ ਆਉਣਗੇ, ਇਹ ਲੋਅਰ ਐਨਰਜੀ ਵਾਲੇ ਨੇ। ਇੱਕ ਇਲੈਕਟ੍ਰਾਨ ਵਾਧੂ ਹੈ, ਆਸਾਨੀ ਦੇ ਨਾਲ ਲੂਜ਼ ਕਰੇਗਾ। ਜੇ ਲੂਜ਼ ਕਰੇਗਾ ਤਾਂ ਇਹਦਾ ਆਪਣਾ ਕੀ ਹੋਣਾ, ਆਕਸੀਡੇਸ਼ਨ 'ਤੇ ਐਕਟ ਕਰੇਗਾ, ਰਿਡਿਊਸਿੰਗ ਏਜੰਟ। ਪੁਆਇੰਟ ਕਲੀਅਰ ਹੋ ਜਾਏਗਾ। Secondly, 3d3 configuration is stable because it has stable half filled T2g subshell। ਹੁਣ ਇਹਦੇ ਵਿੱਚ ਜਿਹੜਾ ਲੋਅਰ ਐਨਰਜੀ ਸ਼ੈੱਲ ਆ ਉਹ ਕੰਪਲੀਟਲੀ ਹਾਫ ਫੀਲਡ ਹੈ, ਜਿਹਦੇ ਕਰਕੇ ਇਹਨੂੰ ਐਕਸਟਰਾ ਸਟੇਬਿਲਿਟੀ ਮਿਲੇਗੀ। ਬਟ Mn3 ਪੋਜ਼ਿਟਿਵ ਹੈ, ਜਦੋਂ ਉਹਨੂੰ ਤੁਸੀਂ Mn2 ਪੋਜ਼ਿਟਿਵ ਕਰੋਗੇ ਇਹਦੇ ਕੋਲ D4 ਹੀ ਅਤੇ ਇਹਦੇ ਕੋਲ D5 ਹੋ ਜਾਣੇ ਆ, ਅਤੇ ਜਦੋਂ D5 ਹੋਣੇ ਆ ਅਤੇ ਬੱਚੇ ਉਹਨੇ ਐਗਜ਼ੈਕਟਲੀ ਹਾਫ ਫੀਲਡ ਹੋ ਜਾਣਾ। ਹੁਣ ਇਹਨੇ ਇੱਕ ਇਲੈਕਟ੍ਰਾਨ ਗੇਨ ਕੀਤਾ, ਜਿਹੜਾ ਇਲੈਕਟ੍ਰਾਨ ਗੇਨ ਕਰੇ ਆਪਣਾ ਉਹਦਾ ਕੀ ਹੋਣਾ ਸੀ
ਰਿਡਕਸ਼ਨ ਤੇ ਐਕਟ ਕਰਨਾ ਉਹਨੇ ਆਕਸੀਡਾਈਜ਼ਿੰਗ ਏਜੰਟ। ਇਹ ਕੁਐਸਚਨ ਨੂੰ ਤੁਸੀਂ ਚੰਗੀ ਤਰ੍ਹਾਂ ਇਸੇ ਮੈਥਡ ਦੇ ਨਾਲ ਐਕਸਪਲੇਨ ਕਰ ਲੈਣਾ ਵਾ, ਸਾਡੇ ਕੋਲ ਲੈਂਥ ਵੀ ਬਣ ਜਾਏਗੀ ਤੇ ਵਧੀਆ ਕਲੀਅਰ ਹੋ ਜਾਏਗਾ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਸਕੈਂਡੀਅਮ ਇਜ਼ ਏ ਟ੍ਰਾਂਜੀਸ਼ਨ ਐਲੀਮੈਂਟ ਬਟ ਜ਼ਿੰਕ ਇਜ਼ ਨਾਟ ਐਕਸਪਲੇਨ। ਹੁਣ ਦੇਖੋ ਸਕੈਂਡੀਅਮ 21 ਐਟੋਮਿਕ ਨੰਬਰ ਆ, ਤਾਂ ਇਹਦੇ ਜਦੋਂ ਇਹਨੇ +3 ਡੀ ਦੇ ਵਿੱਚ ਇਨਕੰਪਲੀਟ ਫੀਲਡ ਆ ਜਾਂਦਾ, D1 ਆ ਜਾਂਦਾ, ਬਟ ਜ਼ਿੰਕ ਦੇ ਵਿੱਚ 3D10 ਤੇ 4s2 ਹੈ। ਜੇ 2 ਇਲੈਕਟ੍ਰਾਨ ਲੂਜ਼ ਵੀ ਕਰਦਾ ਨਾ ਤਾਂ ਵੀ ਇਹਦੇ ਕੋਲ ਡੀ ਦੇ ਵਿੱਚ 10 ਇਲੈਕਟ੍ਰਾਨ ਨੇ, ਡੀ ਕੰਪਲੀਟਲੀ ਫੀਲਡ ਹੈ। ਇਹੀ ਕਾਰਨ ਹੈ ਕਿ ਜ਼ਿੰਕ ਨੂੰ ਮੈਂ ਨਹੀਂ ਕੰਸੀਡਰ ਕਰ ਸਕਦਾ ਟ੍ਰਾਂਜੀਸ਼ਨ ਐਲੀਮੈਂਟ। ਨੈਕਸਟ ਹੈ, ਇੱਕ ਦੋ ਵਾਰੀ ਬੋਰਡ ਨੇ ਇਸ ਤਰ੍ਹਾਂ ਵੀ ਕੁਐਸਚਨ ਪਾਇਆ ਹੋਇਆ ਜੇ ਨੇਮ ਦਾ ਥਰਡ ਐਂਡ ਫੋਰਥ ਟ੍ਰਾਂਜੀਸ਼ਨ ਐਲੀਮੈਂਟ ਆਫ ਫਸਟ ਟ੍ਰਾਂਜੀਸ਼ਨ ਸੀਰੀਜ਼, ਖੁਦ ਕਰਨਾ। ਤੀਸਰਾ ਤੇ ਚੌਥਾ ਐਲੀਮੈਂਟ, ਪਹਿਲਾ ਤੁਹਾਨੂੰ ਪਤਾ ਸਕੈਂਡੀਅਮ, ਦੂਸਰਾ ਟਾਈਟੇਨੀਅਮ, ਤੀਸਰਾ ਵਨੇਡੀਅਮ, ਚੌਥਾ ਕ੍ਰੋਮੀਅਮ। ਉਹ ਮੈਂ ਕਿਹਾ ਸੀ ਨਾ ਸਾਰੀ ਸੀਰੀਜ਼ ਤੁਹਾਨੂੰ ਆਉਣੀ ਚਾਹੀਦੀ ਹੈ, ਇਹ ਖੁਦ ਲੱਭ ਕੇ ਕਰਨਾ। ਮੈਂ ਤਾਂ ਥਰਡ ਫੋਰਥ ਕਿਹਾ, ਈਵਨ ਤੁਸੀਂ ਸਾਰੇ ਕਰ ਸਕਦੇ ਹੋ, ਫਿਫਥ ਕਰ ਸਕਦੇ ਹੋ, 6th 7th 8th 9th, ਤੁਸੀਂ ਸਾਰੇ ਹੀ ਐਲੀਮੈਂਟ ਨੂੰ ਲੱਭ ਕੇ ਤਾਂ ਇਹ ਕੁਐਸਚਨ ਨੂੰ ਕੰਪਲੀਟ ਕਰੋਗੇ। ਠੀਕ ਹੈ। ਨੈਕਸਟ ਹੈ ਵਿਚ ਆਫ ਦਾ ਟੂ ਵਨੇਡੀਅਮ +5 ਔਰ ਵਨੇਡੀਅਮ +4 ਇਜ਼ ਡਾਇਆਮੈਗਨੈਟਿਕ ਐਂਡ ਵਾਈ। ਇਹ ਤੁਸੀਂ ਮੈਨੂੰ ਕਰਕੇ ਦੱਸਣਾ। ਠੀਕ ਹੈ। ਇਹਨੇ 5 ਇਲੈਕਟ੍ਰਾਨ ਲੂਜ਼ ਕੀਤੇ ਆ ਤੇ ਇਹਨੇ ਕਿੰਨੇ ਕੀਤੇ ਆ 4, ਤੇ ਹੁਣ ਉਹਨੇ ਪੈਰਾਮੈਗਨੈਟਿਕ ਨਹੀਂ ਕਿਹਾ, ਤੁਹਾਨੂੰ ਕਿਹੜਾ ਕਿਹਾ ਵਾ ਡਾਇਆਮੈਗਨੈਟਿਕ, ਜਿਹਦੇ ਵਿੱਚ ਪੇਅਰਡ ਇਲੈਕਟ੍ਰਾਨ ਹੋਣਗੇ। ਖੁਦ ਲੱਭ ਕੇ ਦੱਸਣਾ ਮੈਨੂੰ। ਨੈਕਸਟ ਆ ਨੇਮ ਦਾ ਲਾਈਟੈਸਟ ਐਂਡ ਹੈਵੀਐਸਟ ਐਲੀਮੈਂਟ ਅਮੰਗ ਦਾ ਟ੍ਰਾਂਜੀਸ਼ਨ ਐਲੀਮੈਂਟ। ਹੁਣ ਦੇਖੋ ਲਾਈਟੈਸਟ ਤੇ ਸਕੈਂਡੀਅਮ 21 ਜੇ, ਤੇ ਓਸਮੀਅਮ ਸਭ ਤੋਂ ਹੈਵੀ ਹੈਗਾ ਜੇ, ਹਾਈਐਸਟ ਡੈਂਸਿਟੀ ਹੈਗੀ ਹੈ ਓਸਮੀਅਮ 76 ਐਟੋਮਿਕ ਨੰਬਰ ਹੈ, ਸਭ ਤੋਂ ਹੈਵੀਐਸਟ ਹੈ। ਇਸ ਤਰ੍ਹਾਂ ਦੇ ਛੋਟੇ ਛੋਟੇ ਕੁਐਸਚਨ ਜਿਹੜੇ ਤਿਆਰ ਕਰਨੇ ਸ਼ੁਰੂ ਕਰੀਏ, ਕਿਉਂਕਿ ਪੇਪਰ ਵਿੱਚ ਇਸੇ ਤਰ੍ਹਾਂ ਦੇ ਕੁਐਸਚਨ ਆਉਣੇ ਸ਼ੁਰੂ ਹੋ ਜਾਣੇ ਆ ਸਾਡੇ ਕੋਲ। ਨੈਕਸਟ ਹੈ ਦਾ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ ਆਫ ਜ਼ਿੰਕ, ਕੈਡਮੀਅਮ ਤੇ ਮਰਕਰੀ ਆਰ ਲੋ ਵਾਈ। ਹੁਣ ਤੁਹਾਨੂੰ ਪਤਾ ਹੈ ਜ਼ਿੰਕ, ਕੈਡਮੀਅਮ ਤੇ ਮਰਕਰੀ ਤਿੰਨਾਂ ਦਾ ਬੱਚੇ ਡੀ ਕੰਪਲੀਟਲੀ ਫੀਲਡ ਆ, ਇਸੇ ਕਰਕੇ ਹੀ ਇਹਨਾਂ ਦਾ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਲੋ ਹੋਏਗਾ। ਨੇਮ ਦਾ ਟ੍ਰਾਂਜੀਸ਼ਨ ਐਲੀਮੈਂਟ ਵਿਚ ਡਜ਼ ਨਾਟ ਸ਼ੋ ਵੇਰੀਏਬਲ ਆਕਸੀਡੇਸ਼ਨ ਸਟੇਟ। ਹੁਣ ਵੇਰੀਏਬਲ ਆਕਸੀਡੇਸ਼ਨ ਸਟੇਟ ਸਕੈਂਡੀਅਮ ਹੀ ਜੇ, ਕਿਉਂਕਿ ਉਹਦੇ ਕੋਲ ਡੀ ਕੋ ਇੱਕ ਹੀ ਇਲੈਕਟ੍ਰਾਨ ਆ, ਤਾਂ ਉਹ ਇੱਕ ਲੂਜ਼ ਕਰ ਦੇਗਾ, ਇਸ ਕਰਕੇ +3 ਆਕਸੀਡੇਸ਼ਨ ਸਟੇਟ ਹੀ ਮੋਸਟ ਸਟੇਬਲ ਦੇਗਾ, ਇਸ ਕਰਕੇ ਇਹ ਵੇਰੀਏਬਲ ਆਕਸੀਡੇਸ਼ਨ ਸਟੇਟ ਨਹੀਂ ਦੇ ਸਕਦਾ। ਨੈਕਸਟ ਹੈ ਵਿਚ ਮੈਟਲ ਇਨ ਫਸਟ ਟ੍ਰਾਂਜੀਸ਼ਨ ਸੀਰੀਜ਼ ਸ਼ੋ +1 ਆਕਸੀਡੇਸ਼ਨ ਸਟੇਟ ਮੋਸਟ ਫਰੀਕੁਐਂਟਲੀ ਐਂਡ ਵਾਈ। ਕਹਿੰਦਾ ਉਹ ਕਿਹੜਾ ਐਲੀਮੈਂਟ ਹੈ ਫਸਟ ਟ੍ਰਾਂਜੀਸ਼ਨ ਦਾ ਜਿਹੜਾ +1 ਆਕਸੀਡੇਸ਼ਨ ਬਹੁਤ ਜ਼ਿਆਦਾ ਵਾਰੀ ਦੇਗਾ। ਉਹ ਹੈਗਾ ਜੀ ਸਾਡੇ ਕੋਲ ਕਾਪਰ, ਬਿਕੋਜ਼ ਕਾਪਰ ਜਿਹੜਾ ਡਿਸਪ੍ਰੋਪੋਰਸ਼ਨੇਸ਼ਨ ਰਿਐਕਸ਼ਨ ਵੀ ਦਿੰਦਾ ਵਾ, ਤੇ ਇਹ +1 ਆਕਸੀਡੇਸ਼ਨ ਸਟੇਟ ਇਹਦੀ ਮੋਰ ਸਟੇਬਲ ਮੰਨੀ ਜਾਏਗੀ ਈਵਨ +2 ਦੇ ਨਾਲੋਂ। ਠੀਕ ਹੈ ਜੀ, ਥੈਂਕ ਯੂ। ਇਹਦੇ ਨਾਲ ਦੇ ਹੋਰ ਕੁਐਸਚਨ ਵੀ ਆਪ ਕਰਿਓ, ਜਿਹੜਾ ਨਾ ਹੋਏਗਾ ਫਿਰ ਮੈਨੂੰ ਦੱਸ ਦਿਓ, ਮੈਂ ਕਰਾ ਦਿਆਂਗਾ। ਥੈਂਕ ਯੂ।